ਸਤਿ ਸ਼੍ਰੀ ਅਕਾਲ। ਲੋਕਰਣ ਪੰਜਾਬੀ ਤੇ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੀਮਿੰਦਰ ਸਿੰਘ। ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ, ਸਵਾਗਤ ਜੀ ਤੁਹਾਡਾ। ਸਤਿ ਸ਼੍ਰੀ ਅਕਾਲ, ਮਿਹਰਬਾਨੀ, ਸ਼ੁਕਰੀਆ ਭੰਗੂ ਸਾਹਿਬ ਜੀ। ਡਾਕਟਰ ਸਾਹਿਬ, ਸੂਬੇ ਦੀ ਸਿਆਸਤ ਦੇ ਵਿੱਚ ਇੱਕ ਵੱਡੀ ਤਰਥੱਲੀ ਆ। ਮਨਪ੍ਰੀਤ ਸਿੰਘ ਬਾਦਲ ਹੋਰਾਂ ਦੀ ਜਿਹੜੀ ਮੁਸ਼ਕਲਾਂ ਨੇ ਉਹ ਵੱਧ ਚੁੱਕੀਆਂ ਨੇ ਤੇ ਨਾਲੋਂ ਨਾਲ ਪ੍ਰਤਾਪ ਸਿੰਘ ਬਾਜਵਾ ਹੋਰੀ ਬੋਲੇ ਸੀ। ਉਹ ਕਹਿੰਦੇ ਸੀ ਕਿ 92 ਦੇ ਵਿੱਚੋਂ ਜਿਹੜੇ 32 ਐਮਐਲਏ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਉਸ ਤੋਂ ਬਾਅਦ ਸਿਆਸਤ ਇੱਕਦਮ ਭਖਦੀ ਆ। ਭਗਵੰਤ ਮਾਨ ਸਾਹਿਬ ਦਾ ਇਹਦੇ ਤੇ ਟਵੀਟ ਆਉਂਦਾ ਤੇ ਉਸੇ ਟਵੀਟ ਦੇ ਉੱਤੇ ਰੀਟਵੀਟ ਕਰਦੇ ਨੇ, ਉਸ ਨੂੰ ਕਾਊਂਟਰ ਕਰਦੇ ਨੇ ਬਾਜਵਾ ਸਾਹਿਬ। ਸੂਬੇ ਦੀ ਸਿਆਸਤ ਦੇ ਵਿੱਚ ਡਾਕਟਰ ਸਾਹਿਬ ਆਹ ਚੱਲ ਕੀ ਰਿਹਾ? ਕਈ ਇਸ਼ੂ ਗੰਭੀਰ ਵੀ ਨੇ, ਕਈ ਇਸ਼ੂਆਂ ਨੂੰ ਪੰਜਾਬ ਦੀ ਜਨਤਾ ਇੱਕ ਤਰੀਕੇ ਨਾਲ ਖੇਡ ਸਮਝ ਰਹੀ ਆ। ਸੋ ਜੇਕਰ ਆਪਾਂ ਸਭ ਤੋਂ ਪਹਿਲਾਂ ਇਸੇ ਤੇ ਗੱਲ ਕਰਨੀ ਹੋਵੇ ਕਿ ਪ੍ਰਤਾਪ ਬਾਜਵਾ ਸਾਹਿਬ ਕਹਿੰਦੇ ਨੇ ਕਿ 32 ਐਮਐਲਏ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਹਾਲਾਂਕਿ ਤੁਹਾਡੇ ਯਾਦ ਹੋਊਗਾ ਜਦੋਂ ਸਰਕਾਰ ਨਵੀਂ ਬਣੀ ਸੀ ਕਿ ਬੀਜੇਪੀ ਦਾ ਵੀ ਜ਼ਿਕਰ ਆਇਆ ਸੀ ਕਿ ਲੋਰਡਸ ਆਪਰੇਸ਼ਨ ਦੇ ਰਾਹੀਂ ਬੀਜੇਪੀ ਐਮਐਲਏ ਤੋੜਨਾ ਚਾਹੁੰਦੀ ਹੈ ਆਮ ਆਦਮੀ ਪਾਰਟੀ ਦੇ, ਤੇ ਕਈ ਐਮਐਲਏਆਂ ਨੂੰ ਜਿਹੜੀ ਆਫਰ ਸੀ ਕਰੋੜਾਂ ਦੀ ਉਹ ਹੋਈ ਸੀ। ਤੇ ਦੂਜੀ ਵਾਰ ਹੁਣ ਗੱਲ ਨਿਕਲ ਕੇ ਆਈ ਹੈ, ਪ੍ਰਤਾਪ ਸਿੰਘ ਬਾਜਵਾ ਬੋਲੇ ਨੇ ਇਸ ਗੱਲ ਦੇ ਉੱਪਰ ਕਿ 32 ਜਿਹੜੇ ਐਮਐਲਏ ਨੇ ਉਹਨਾਂ ਦੇ ਸੰਪਰਕ ਦੇ ਵਿੱਚ ਨੇ। ਹਾਲਾਂਕਿ ਪਾਰਟੀ ਦੇ ਜਿਹੜੇ ਸਪੋਕਸ ਪਰਸਨ ਨੇ ਉਹਨਾਂ ਨੇ ਵੀ ਲਗਾਤਾਰ ਜਿਹੜੇ ਮਾਲਵਿੰਦਰ ਕੰਗ ਸਾਹਿਬ ਹੈਗੇ ਨੇ ਉਹਨਾਂ ਨੇ ਵੀ ਇਸ ਗੱਲ ਨੂੰ ਕਾਊਂਟਰ ਕਰਤਾ ਕਿ ਇਦਾਂ ਦਾ ਕੁਛ ਨਹੀਂ ਹੈਗਾ, ਸਾਰੇ ਐਮਐਲਏ ਖੁਸ਼ ਨੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ। ਤੇ ਨਾਲੋਂ ਨਾਲ ਭਗਵੰਤ ਮਾਨ ਸਾਹਿਬ ਨੇ ਵੀ ਟਵੀਟ ਕਰਤਾ, ਰੀਟਵੀਟ ਕਰਤਾ ਬਾਜਵਾ ਸਾਹਿਬ ਨੇ। ਸੋ ਡਾਕਟਰ ਸਾਹਿਬ ਕੀ ਵਿਚਾਰ ਰੱਖਦੇ ਹੋ ਇਹਨਾਂ ਗੱਲਾਂ ਤੇ? ਬਿਲਕੁਲ, ਦੇਖੋ ਇਸ ਵੇਲੇ ਜੋ ਪੋਜੀਸ਼ਨ ਕਾਂਗਰਸ ਦੀ ਹੈ, ਚਾਹੇ ਉਹ ਪੰਜਾਬ ਦੀ ਕਾਂਗਰਸ ਦੇਖ ਲਓ, ਚਾਹੇ ਨੈਸ਼ਨਲ ਲੈਵਲ ਦੀ ਕਾਂਗਰਸ ਦੇਖ ਲਓ, ਇਹਨਾਂ ਦੀ ਪੋਜੀਸ਼ਨ ਇਸ ਵੇਲੇ ਡਾਵਾਂਡੋਲ ਨਜ਼ਰ ਆ ਰਹੀ ਹੈ। ਉਹਦਾ ਵੱਡਾ ਕਾਰਨ ਇਹ ਹੈ ਕਿ ਨੈਸ਼ਨਲ ਦੇ ਵਿੱਚ, ਜੇ ਆਪਾਂ ਕਹੀਏ ਰਾਸ਼ਟਰੀ ਲੈਵਲ ਦੇ ਵਿੱਚ, ਬੀਜੇਪੀ ਕਾਂਗਰਸ ਦੇ ਪੈਰ ਨਹੀਂ ਲੱਗਣ ਦੇ ਰਹੀ। ਇਸੇ ਤਰ੍ਹਾਂ ਉਹ ਜਿਹੜੀ ਇੱਕ ਫਰਸਟ੍ਰੇਸ਼ਨ ਹੈ ਉਹ ਤੁਹਾਨੂੰ ਪੰਜਾਬ ਦੀ ਕਾਂਗਰਸ ਦੇ ਵਿੱਚ ਦੇਖਣ ਨੂੰ ਮਿਲੇਗੀ। ਔਰ ਨਤੀਜਾ ਕੀ ਨਿਕਲ ਰਿਹਾ ਹੈ ਕਿ ਨਤੀਜਾ ਹੀ ਨਿਕਲ ਰਿਹਾ ਹੈ ਕਿ 24 ਦੀਆਂ ਜਿਹੜੀਆਂ ਇਲੈਕਸ਼ਨ ਨੇ ਲੋਕ ਸਭਾ ਦੀਆਂ, ਉਹ ਬਿਲਕੁਲ ਸਿਰ ਤੇ ਖੜੀਆਂ ਹੋਈਆਂ ਨੇ। ਹਜੇ ਵੀ ਬਾਜਵਾ ਸਾਹਿਬ, ਮੈਨੂੰ ਇਹ ਸਮਝ ਨਹੀਂ ਪੈ ਰਹੀ ਕਿ ਕਿਸ ਤਰ੍ਹਾਂ ਦੀ ਪੋਲਿਟਿਕਸ ਕਰ ਰਹੇ ਨੇ। ਇੱਕ ਪਾਸੇ 26 ਪਾਰਟੀਆਂ ਮਿਲ ਕੇ ਨੈਸ਼ਨਲ ਲੈਵਲ ਦੇ ਔਰ ਇੰਡੀਆ ਨਾਂ ਦੀ ਉਹਨਾਂ ਨੇ ਇੱਕ ਸਾਰੀ ਜਿਹੜੀ ਬਣਾਈ ਹੋਈ ਹੈ ਸੰਸਥਾ, ਔਰ ਉਹਦੇ ਰਾਹੀਂ ਬੀਜੇਪੀ ਨੂੰ ਟੱਕਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਮੋਦੀ ਸਾਹਿਬ ਨੂੰ ਭਜਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਦੂਜੇ ਪਾਸੇ ਜਦੋਂ ਅਸੀਂ ਸਟੇਟਾਂ ਦਾ ਹਾਲ ਦੇਖਦੇ ਹਾਂ, ਚਾਹੇ ਤੁਸੀਂ ਰਾਜਸਥਾਨ ਦੇਖ ਲਓ, ਇੱਥੋਂ ਤੱਕ ਕਿ ਬਾਕੀ ਜਿਹੜੇ ਸਟੇਟਾਂ ਨੇ ਜਿੱਥੇ ਕਾਂਗਰਸ ਦੀ ਸੱਤਾ ਹੈ, ਉੱਥੇ ਵੀ ਇਸ ਤਰ੍ਹਾਂ ਦੀ ਪੋਲਿਟਿਕਸ ਤੁਹਾਨੂੰ ਨਜ਼ਰ ਆਏਗੀ ਜਿੱਦਾਂ ਦੀ ਪੰਜਾਬ ਦੇ ਵਿੱਚ ਨਜ਼ਰ ਆ ਰਹੀ ਹੈ। ਮੇਰਾ ਕਹਿਣ ਦਾ ਮਤਲਬ ਹੈ ਕਿ ਬਾਜਵਾ ਸਾਹਿਬ ਪਿਛਲੇ ਲੰਬੇ ਸਮੇਂ ਤੋਂ, ਜਦੋਂ ਤੋਂ ਇੰਡੀਆ ਬਣਿਆ ਹੈ, ਜਦੋਂ ਤੋਂ 26 ਪਾਰਟੀਆਂ ਦੇ ਨੁਮਾਇੰਦੇ ਇਕੱਠੇ ਹੋ ਰਹੇ ਨੇ ਔਰ ਇੱਕ ਚੰਗੀ ਸ਼ੁਰੂਆਤ ਕਹੀ ਜਾ ਸਕਦੀ ਹੈ। ਆਪਾਂ ਕਹਿ ਸਕਦੇ ਹਾਂ ਕਿ ਨੈਸ਼ਨਲ ਲੈਵਲ ਦੇ ਉੱਤੇ ਜੇਕਰ ਮੋਦੀ ਸਾਹਿਬ ਨੂੰ ਜਾਂ ਬੀਜੇਪੀ ਨੂੰ ਕੋਈ ਟੱਕਰ ਦੇ ਸਕਦਾ ਹੈ ਤਾਂ ਕੱਲੀ ਪਾਰਟੀ ਨਹੀਂ ਦੇ ਸਕਦੀ। ਆਪਾਂ ਸਾਰੇ ਜਾਣਦੇ ਹਾਂ, ਉਹਨਾਂ ਨੂੰ ਇਕੱਠੇ ਹੋ ਕੇ ਲੜਨਾ ਹੋਏਗਾ, ਇਕੱਠੇ ਹੋ ਕੇ ਗੱਲਬਾਤ ਕਰਨੀ ਹੋਏਗੀ। ਪਰ ਬਾਜਵਾ ਸਾਹਿਬ ਦੀ ਜਿਹੜੀ ਪੋਲਿਟਿਕਸ ਇੱਥੇ ਨਜ਼ਰ ਆ ਰਹੀ ਹੈ, ਬਹੁਤ ਹੀ ਬਚਗਾਨਾ ਲੈਵਲ ਦੀ ਜਿਹੜੀ ਪੋਲਿਟਿਕਸ ਹੈ। ਔਰ ਕਈ ਵਾਰੀ ਇਹ ਵੀ ਲੱਗਦਾ ਹੈ ਕਿ ਅਨੁਸ਼ਾਸਨ ਦੀ ਕੋਈ ਪਰਵਾਹ ਨਹੀਂ ਕਰ ਰਹੇ ਹੋ। ਅਨੁਸ਼ਾਸਨ ਤਾਂ ਇਹੀ ਕਹਿੰਦਾ ਕਿ ਜੋ ਇੱਕ ਡਿਸਿਪਲਿਨ ਹੈ ਉਹਦੇ ਮੁਤਾਬਕ ਤੁਹਾਨੂੰ ਆਪਣੀ ਪੋਲਿਟਿਕਸ ਨੂੰ ਢਾਲਣਾ ਪੈਂਦਾ ਹੈ। ਔਰ ਡਿਸਿਪਲਿਨ ਕੀ ਮੰਗ ਕਰਦਾ ਹੈ ਇਸ ਵੇਲੇ? ਡਿਸਿਪਲਿਨ ਇਹੀ ਮੰਗ ਕਰਦਾ, ਅਨੁਸ਼ਾਸਨ ਇਹੀ ਕੰਮ ਮੰਗ ਕਰਦਾ ਹੈ ਕਿ ਭਾਈ 26 ਪਾਰਟੀਆਂ ਜਿਨ੍ਹਾਂ ਦੀ ਕਿਰਾਏ ਬਣ ਰਹੀ ਹੈ, ਜੇਕਰ ਅਸੀਂ 24 ਦੇ ਵਿੱਚ ਇਕੱਠੇ ਨਾ ਹੋਏ ਤਾਂ ਲਾਜ਼ਮੀ ਤੌਰ ਤੇ ਬੀਜੇਪੀ ਨੇ ਦੁਬਾਰਾ ਫੇਰ ਆ ਜਾਣਾ ਹੈ। ਔਰ ਇਹ ਇਕੱਲਾ ਇਹ ਨਹੀਂ ਕਿ ਤੁਸੀਂ ਦੇਖੋਗੇ ਕਿ ਜੇਕਰ ਬੀਜੇਪੀ ਆਉਂਦੀ ਹੈ ਤਾਂ ਉਹ ਕਾਂਗਰਸ ਲਈ ਖਤਰਾ ਹੈ। ਉਹ ਕੱਲੀ ਕਾਂਗਰਸ ਲਈ ਖਤਰਾ ਨਹੀਂ ਬਣੇਗੀ, ਉਹ ਬਾਕੀ ਪਾਰਟੀਆਂ ਦੇ ਲਈ, ਖਾਸ ਤੌਰ ਤੇ ਸਾਡੇ ਸੰਵਿਧਾਨ ਦੇ ਲਈ, ਜਾਂ ਇੱਥੋਂ ਤੱਕ ਕਿ ਹਿੰਦੁਸਤਾਨ ਨੂੰ ਬਚਾਉਣ ਦੇ ਲਈ। ਜੇ ਭਾਰਤ ਹੀ ਨਾ ਬਚਿਆ, ਜੇ ਹਿੰਦੁਸਤਾਨ ਹੀ, ਇੰਡੀਆ ਹੀ ਨਾ ਬਚਿਆ, ਤਾਂ ਲਾਜ਼ਮੀ ਤੌਰ ਤੇ ਬਹੁਤ ਵੱਡੇ ਸੰਕਟ ਆਉਣ ਵਾਲੇ ਸਮੇਂ ਦੇ ਵਿੱਚ ਉਹ ਦੇਖੇ ਜਾ ਸਕਣਗੇ। ਸੋ ਉਹਨਾਂ ਸੰਕਟਾਂ ਤੋਂ ਬਚਣ ਦੇ ਲਈ ਇੱਕ ਪਾਸੇ ਕਾਂਗਰਸ ਦੀ ਹਾਈ ਕਮਾਂਡ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਆਪਾਂ ਇਕੱਠੇ ਹੋ ਕੇ 24 ਦੀਆਂ ਇਲੈਕਸ਼ਨਾਂ ਲੜ ਰਹੀਆਂ ਨੇ। ਪਰ ਬਾਜਵਾ ਸਾਹਿਬ ਦੇ ਪਿਛਲੇ ਲੰਬੇ ਸਮੇਂ ਤੋਂ ਬਿਆਨ ਬਿਲਕੁਲ ਉਲਟ ਤੁਹਾਨੂੰ ਨਜ਼ਰ ਆਉਣਗੇ। ਹਾਲਾਂਕਿ ਇਹਨਾਂ ਦੇ ਬਹੁਤ ਜਿਹੜੇ ਕੁਝ ਲੀਡਰ ਨੇ ਜਿਨ੍ਹਾਂ ਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਜਿਨ੍ਹਾਂ ਦੇ ਵਿੱਚੋਂ ਅੰਮ੍ਰਿਤਸਰ ਦੇ MP ਸਾਹਿਬ ਨੇ ਜਾਂ ਲੁਧਿਆਣਾ ਦੇ MP ਸਾਹਿਬ ਨੇ, ਉਹ ਜ਼ਰੂਰ, ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਵੀ
ਤੁਹਾਨੂੰ ਨਜ਼ਰ ਆਉਂਦੇ ਨੇ ਕਿ ਭਾਈ ਸਾਡਾ ਜਿਹੜਾ ਇੰਡੀਆ ਦਾ ਗੱਠਜੋੜ ਬਣਿਆ ਉਹ ਬਣਨਾ ਚਾਹੀਦਾ ਹੈ, ਔਰ ਇੰਡੀਆ ਦਾ ਗੱਠਜੋੜ ਹੀ ਬੀਜੇਪੀ ਨੂੰ, ਭਾਜਪਾ ਨੂੰ ਜਾਂ ਮੋਦੀ ਸਾਹਿਬ ਨੂੰ ਟੱਕਰ ਦੇ ਸਕਦਾ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸਾਨੂੰ ਸਮਝਣਾ ਪਏਗਾ। ਸਾਨੂੰ ਜਿਹੜੀਆਂ ਨਿੱਜੀ ਚੀਜ਼ਾਂ ਨੇ, ਔਰ ਨਿੱਜੀ ਕੀ ਨੇ, ਉਹਨਾਂ ਨੂੰ ਲੱਗਦਾ ਹੈ ਕਿ ਇਦਾਂ ਕਿ ਮੇਰੇ ਨਾਲ 35 MLA ਆ ਗਏ, ਸਾਡੇ ਨਾਲ ਕਦੇ 40 MLA ਨੇ, ਅਸੀਂ ਹੌਲੀ ਹੌਲੀ ਸਰਕਾਰ ਨੂੰ ਤੋੜ ਦਿਆਂਗੇ। ਇਦਾਂ ਦੀ ਪੋਲਿਟਿਕਸ ਮੈਨੂੰ ਲੱਗਦਾ ਕਿ ਬੀਜੇਪੀ ਨੇ ਬਹੁਤ ਕਰ ਕਰਕੇ ਦੇਖ ਲਈ, ਔਰ ਇਹੀ ਕਾਰਨ ਹੈ ਕਿ ਬੀਜੇਪੀ ਹੁਣ ਹੌਲੀ ਹੌਲੀ ਲੋਕਾਂ ਦੀਆਂ ਨਜ਼ਰਾਂ ਤੋਂ ਗਿਰ ਚੁੱਕੀ ਹੈ। ਸੋ ਜੇਕਰ ਮੁੱਦਿਆਂ ਤੋਂ ਜਿਹੜੀ ਹੈਗੀ ਹੈ ਭਟਕਦੀ ਹੋਈ ਰਾਜਨੀਤੀ ਕੀਤੀ ਜਾਏਗੀ, ਇੱਕ ਦੂਜੇ ਦੇ ਜਿਹੜੇ ਇਦਾਂ ਦੇ ਬੰਦੇ ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, MLA ਤੋੜਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ, ਉਹ ਬਿਲਕੁਲ ਉਹਨਾਂ ਦੇ ਵਿੱਚ ਕੋਈ ਵਜ਼ਨ ਨਜ਼ਰ ਨਹੀਂ ਆ ਰਿਹਾ। ਬਿਲਕੁਲ ਇੱਕ ਜਿਵੇਂ ਆਪਾਂ ਨੇ ਜੁਮਲੇਬਾਜ਼ੀ ਜਿਹੜੀ ਹੈਗੀ ਹੈ ਉਸ ਤਰ੍ਹਾਂ ਦੀ ਸਿਆਸਤ ਹੋ ਰਹੀ ਹੈ, ਜਿਹੜੀ ਕਿਸੇ ਵੇਲੇ ਬੀਜੇਪੀ ਵੀ ਕਰਦੀ ਰਹੀ ਹੈ ਔਰ ਹੁਣ ਵੀ ਕਰ ਰਹੀ ਹੈ, ਜਾਂ ਹੋਰ ਇਦਾਂ ਦੀਆਂ ਪਾਰਟੀਆਂ, ਇੱਥੋਂ ਤੱਕ ਕਿ ਕਿਸੇ ਵੇਲੇ ਕਾਂਗਰਸ ਵੀ ਇਦਾਂ ਦੇ ਜਿਹੜੇ ਨੇ ਸੂਬਿਆਂ ਦੇ ਵਿੱਚ, ਖਾਸ ਤੌਰ ਤੇ ਕੇਰਲਾ ਦੀ ਮੈਂ ਗੱਲ ਕਰਾਂ ਜਾਂ ਬੰਗਾਲ ਦੀ ਗੱਲ ਕਰਾਂ, ਇਹਨਾਂ ਸੂਬਿਆਂ ਦੇ ਵਿੱਚ ਸਰਕਾਰਾਂ ਤੋੜਨ ਦੇ ਵਿੱਚ ਬਹੁਤ ਵੱਡਾ, ਇੱਥੋਂ ਤੱਕ ਕਿ ਪੰਜਾਬ ਦੇ ਵਿੱਚ ਜਦੋਂ ਆਪਾਂ 80ਵੀਆਂ ਦਾ ਦੌਰ ਦੇਖਦੇ ਹਾਂ ਤਾਂ ਸੈਂਟਰ ਦੀ ਜਿਹੜੀ ਸਰਕਾਰ ਸੀਗੀ, ਉਹਨਾਂ ਨੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਹੀ ਸੂਬੇ ਦੇ ਵਿੱਚ ਜਿਹੜੀ ਹੈਗੀ ਆ ਰਾਸ਼ਟਰਪਤੀ ਰਾਜ ਲਗਾਇਆ ਸੀਗਾ, ਯਾਨੀ ਕਿ ਤੋੜਨ ਦੀ ਕੋਸ਼ਿਸ਼ ਕੀਤੀ ਸੀਗੀ। ਉਸ ਵੇਲੇ ਅਕਾਲੀ ਦਲ ਜਿਹੜਾ ਹੈਗਾ ਉਹ ਉਸ ਵੇਲੇ ਸੱਤਾ ਵਿੱਚ ਸੀਗਾ, ਆਪਾਂ ਸਾਰੇ ਜਾਣਦੇ ਹਾਂ, ਚਾਹੇ ਉਹ 87 ਦੀ ਗੱਲ ਹੋਵੇ ਜਾਂ ਇਦੋਂ ਪਹਿਲਾਂ ਦੀ ਗੱਲ ਹੋਵੇ, ਲਗਾਤਾਰ ਲੋਕਾਂ ਨੇ ਉਹ ਜਿਹੜਾ ਹੈਗਾ ਇੱਕ ਰਾਸ਼ਟਰਪਤੀ ਰਾਜ ਦਾ ਜਿਹੜਾ ਸਿਲਸਿਲਾ ਸੀਗਾ ਕਈ ਸਾਲ ਪੰਜਾਬ ਨੇ ਭੁਗਤਿਆ ਹੈ। ਸੋ ਮੈਨੂੰ ਇਹ ਲੱਗਦਾ ਹੈ ਕਿ ਜਿਸ ਕਿਸਮ ਦੀ ਤੋੜ ਤੜਈਆ ਕਰ ਰਹੇ ਨੇ ਬਾਜਵਾ ਸਾਹਿਬ, ਉਸ ਤਰ੍ਹਾਂ ਦੀ ਪੋਲਿਟਿਕਸ ਉਹਨਾਂ ਨੂੰ, ਖਾਸ ਤੌਰ ਤੇ ਅੱਜ ਦੇ ਦੌਰ ਦੇ ਵਿੱਚ, ਜਦੋਂ ਇੱਕ ਹਿੰਦੁਸਤਾਨ ਬਹੁਤ ਇੱਕ ਨਾਜ਼ੁਕ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਹੈ, ਬਹੁਤ ਜ਼ਿਆਦਾ ਖਤਰੇ ਨੇ, ਜੇਕਰ ਬੀਜੇਪੀ ਦੁਬਾਰਾ ਆਉਂਦੀ ਹੈ ਤਾਂ ਉਹਨੂੰ ਕਾਊਂਟਰ ਕਰਨ ਦੇ ਲਈ ਸਾਨੂੰ ਜੋੜਨ ਦੀ ਜਿਹੜੀ ਪੋਲਿਟਿਕਸ ਕਰਨੀ ਚਾਹੀਦੀ ਹੈ, ਨਾ ਕਿ ਤੋੜਨ ਦੀ। ਭੰਗੂ ਸਾਹਿਬ ਜੀ ਡਾਕਟਰ ਸਾਹਿਬ, ਦੂਜੀ ਖਬਰ ਵੀ ਲੈ ਲੈਂਦੇ ਆਪਾਂ। ਮਨਪ੍ਰੀਤ ਸਿੰਘ ਬਾਦਲ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ। ਵਿਜੀਲੈਂਸ ਨੇ ਕੁਝ ਕੁ ਗ੍ਰਿਫਤਾਰੀਆਂ ਵੀ ਕੀਤੀਆਂ ਨੇ, ਇਸ ਤੋਂ ਇਲਾਵਾ ਛਾਪੇਮਾਰੀ ਵੀ ਕਈ ਥਾਵਾਂ ਦੇ ਉੱਪਰ ਹੋਈ ਹੈ। ਲੁੱਕਆਊਟ ਜਿਹੜਾ ਨੋਟਿਸ ਹੈ ਉਹ ਵੀ ਮਨਪ੍ਰੀਤ ਸਿੰਘ ਬਾਦਲ ਦੇ ਖਿਲਾਫ ਜਾਰੀ ਹੋਇਆ, ਤੇ ਹੁਣ ਕਿਹਾ ਜਾ ਰਿਹਾ ਕਿ ਕੋਰਟ ਵੱਲੋਂ ਵੀ ਵਾਰੰਟ ਨੇ ਜਿਹੜੇ ਉਹ ਇਸ਼ੂ ਕੀਤੇ ਗਏ ਨੇ। ਸੋ ਮਨਪ੍ਰੀਤ ਸਿੰਘ ਬਾਦਲ ਦੇ ਲਈ ਜਿਹੜੇ ਹਾਲਾਤ ਨੇ ਮੁਸ਼ਕਿਲ ਭਰੇ ਨੇ ਡਾਕਟਰ ਸਾਹਿਬ, ਉਹ ਸੋ ਕੀ ਕਹਿਣਾ ਚਾਹੋਗੇ ਇਸ ਖਬਰ ਦੇ ਉੱਤੇ? ਮੈਂ ਇਹੀ ਕਹਿਣਾ ਚਾਹਾਂਗਾ ਕਿ ਮਨਪ੍ਰੀਤ ਬਾਦਲ ਸਾਹਿਬ ਨੇ ਕਿਸੇ ਵੇਲੇ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿਹੜਾ ਸਥਾਨ ਬਣਿਆ ਹੋਇਆ ਹੈ ਖਟਕੜ ਕਲਾਂ, ਉੱਥੇ ਜਾ ਕੇ ਸਹੁੰ ਚੁੱਕੀ ਸੀ ਕਿ ਇੱਕ ਅਸੀਂ ਨਵੀਂ ਤਰ੍ਹਾਂ ਦੀ ਰਾਜਨੀਤੀ ਲੈ ਕੇ ਆਉਣਾ ਚਾਹੁੰਦੇ ਹਾਂ, ਔਰ ਉਹ ਨਵੀਂ ਤਰ੍ਹਾਂ ਦੀ ਰਾਜਨੀਤੀ ਇਹੀ ਸੀ ਕਿ ਕੁਝ ਮਹੀਨਿਆਂ ਬਾਅਦ ਹੀ ਉਹ ਕਦੇ ਉਹਨਾਂ ਨੇ ਕਾਂਗਰਸ ਪਾਰਟੀ ਜੁਆਇਨ ਕੀਤੀ ਅਕਾਲੀ ਦਲ ਨੂੰ ਛੱਡ ਕੇ, ਕਦੇ ਉਹਨਾਂ ਨੇ ਹੁਣ ਬੀਜੇਪੀ ਜੁਆਇਨ ਕੀਤੀ ਹੈ। ਯਾਨੀ ਕਿ ਜਿਹੜੀ ਇਸ ਕਿਸਮ ਦੀ ਪੋਲਿਟਿਕਸ ਹੈ, ਵੱਖ-ਵੱਖ ਪਾਰਟੀਆਂ ਨੂੰ ਬਦਲਣ ਵਾਲੀ, ਔਰ ਸ਼ਹੀਦ ਆਜ਼ਮ ਭਗਤ ਸਿੰਘ ਦਾ ਨਾਮ ਆਪਾਂ ਸੋਚ ਸਕਦੇ ਹਾਂ ਕਿ ਕਿਵੇਂ ਉਹਨਾਂ ਨੇ ਵਰਤਿਆ ਸੀਗਾ ਉਸ ਵੇਲੇ, ਔਰ ਪੱਗਾਂ ਵੀ ਉਸ ਤਰ੍ਹਾਂ ਦੀਆਂ ਬੰਨੀਆਂ ਸੀਗੀਆਂ। ਔਰ ਹੁਣ ਨਿਕਲ ਕੀ ਰਿਹਾ ਵਿੱਚੋਂ? ਨਿਕਲ ਇਹੀ ਰਿਹਾ ਕਿ ਤੁਸੀਂ ਜਿਹੜੀ ਪਲਾਟ ਦੀ ਗੱਲ ਚੱਲ ਰਹੀ ਹੈ ਔਰ ਹੋਰ ਬਹੁਤ ਸਾਰੇ ਜਿਹੜੇ ਘਪਲੇ ਨਜ਼ਰ ਆ ਰਹੇ ਨੇ ਵਿਜੀਲੈਂਸ ਦੇ ਰਾਹੀਂ, ਤਾਂ ਇੱਕ ਬਹੁਤ ਹੀ ਇੱਕ ਮਾੜੀ ਸਿਆਸਤ ਕਰਦੇ ਨਜ਼ਰ ਆ ਰਹੇ ਨੇ। ਔਰ ਦੂਜੇ ਪਾਸੇ ਉਹ ਕਿਸੇ ਵੇਲੇ ਚੈਲੰਜ ਵੀ ਉਹਨਾਂ ਨੇ ਕੀਤਾ ਸੀਗਾ ਭਗਵੰਤ ਮਾਨ ਸਾਹਿਬ ਨੂੰ, ਮੁੱਖ ਮੰਤਰੀ ਸਾਹਿਬ ਨੂੰ, ਕਿ ਭਾਈ ਤੁਸੀਂ ਇਹ, ਸ਼ਾਇਦ ਉਹਨਾਂ ਨੂੰ ਲੱਗਦਾ ਸੀਗਾ ਕਿ ਕਿਹੜਾ ਕੱਢੀਆਂ ਜਾ ਰਹੀਆਂ ਨੇ। ਗੱਲ ਇਹ ਨਹੀਂ ਹੁੰਦੀ, ਗੱਲ ਇਹ ਹੁੰਦੀ ਹੈ ਕਿ ਜੇ ਤੁਸੀਂ ਨਿਆਂ ਦੇ ਨਾਲ ਨਹੀਂ ਚੱਲੋਗੇ, ਜੇ ਤੁਸੀਂ ਕਾਨੂੰਨ ਦੇ ਮੁਤਾਬਕ ਜਿਹੜਾ ਕੰਮ ਨਹੀਂ ਕਰੋਗੇ, ਤਾਂ ਲਾਜ਼ਮੀ ਤੌਰ ਤੇ ਜੋ ਘਪਲੇ ਨਜ਼ਰ ਆ ਰਹੇ ਨੇ ਤਾਂ ਅਲਟੀਮੇਟਲੀ ਬੰਦੇ ਨੇ ਫੜੇ ਜਾਣਾ ਹੁੰਦਾ ਹੈ। ਸੋ ਇਸ ਕਰਕੇ ਜੋ ਉਹਨਾਂ ਦੇ ਉੱਤੇ ਦੋਸ਼ ਲੱਗ ਰਹੇ ਨੇ ਇਸ ਵੇਲੇ ਪਲਾਟ ਨੂੰ ਲੈ ਕੇ, ਉਹ ਦੋਸ਼ ਜਾਂ ਤਾਂ ਉਹਨਾਂ ਨੂੰ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਹੈ, ਜਿਵੇਂ ਮਾਨ ਸਾਹਿਬ ਕਹਿ ਰਹੇ ਨੇ। ਜੇ ਉਹਨਾਂ ਨੂੰ ਲੱਗਦਾ ਹੈ ਕਿ ਮੈਂ ਬਿਲਕੁਲ ਦੁੱਧ ਧੋਤਾ ਹਾਂ, ਮੈਂ ਬਿਲਕੁਲ ਸਹੀ ਹਾਂ, ਤਾਂ ਉਹਨਾਂ ਨੂੰ ਸੱਚ ਦਾ ਸਾਹਮਣਾ ਜ਼ਰੂਰ ਕਰਨਾ ਚਾਹੀਦਾ ਹੈ। ਉਹਨਾਂ ਨੂੰ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਣਾ ਚਾਹੀਦਾ ਹੈ, ਔਰ ਜੋ ਵਿਜੀਲੈਂਸ ਪੁੱਛਦੀ ਹੈ ਔਰ ਦੱਸਦਨ ਔਰ ਕਾਗਜ਼ਾਤ ਉਹਨਾਂ ਨੂੰ ਪੇਸ਼ ਕਰਨੇ ਚਾਹੀਦੇ ਨੇ, ਆਪਣੇ ਜੋ ਲੀਗਲ ਕਾਗਜ਼ਾਤ ਨੇ ਉਸ ਪਲਾਟ ਦੇ। ਮੈਨੂੰ ਲੱਗਦਾ ਹੈ ਕਿ ਕਿਤੇ ਨਾ ਕਿਤੇ ਦਾਲ ਦੇ ਵਿੱਚ ਕਾਲਾ ਜ਼ਰੂਰ ਨਜ਼ਰ ਆ ਰਿਹਾ ਹੈ, ਜਿਹੜੇ ਉਹ ਏਦਾਂ ਛੁਪ ਛੁਪਾ ਰਹੇ ਨੇ।
ਸੋ ਉਹਨਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਔਰ ਆਪਣੀ ਗੱਲ ਰੱਖਣੀ ਚਾਹੀਦੀ ਹੈ ਵਿਜੀਲੈਂਸ ਦੇ ਸਾਹਮਣੇ। ਇਹਨੂੰ ਇਹ ਨਹੀਂ ਲੈਣਾ ਚਾਹੀਦਾ ਵੀ ਸ਼ਾਇਦ ਭਗਵੰਤ ਮਾਨ ਜਾਣਬੁੱਝ ਕੇ ਇਹ ਸਾਰੀਆਂ ਚੀਜ਼ਾਂ ਕਰਾ ਰਹੇ ਨੇ ਜਾਂ ਆਮ ਆਦਮੀ ਪਾਰਟੀ ਕਰਾ ਰਹੀ ਹੈ। ਇੱਕ ਉਹ ਜਿਹੜਾ ਵੀ ਬੰਦਾ, ਆਪਾਂ ਸਾਰੇ ਜਾਣਦੇ ਹਾਂ ਕਿ ਜਿੰਨੀ ਦੇਰ ਕਿਸੇ ਵੀ ਸਮਾਜ ਦੇ ਵਿੱਚ, ਕਿਸੇ ਵੀ ਸਟੇਟ ਦੇ ਵਿੱਚ, ਕਿਸੇ ਵੀ ਮੁਲਕ ਦੇ ਵਿੱਚ ਕਾਨੂੰਨ ਦਾ ਰਾਜ ਨਹੀਂ ਹੁੰਦਾ, ਉਨੀ ਦੇਰ ਉਹ ਮੁਲਕ, ਉਹ ਸਮਾਜ, ਉਹ ਜਿਹੜਾ ਸਟੇਟ ਹੈ ਉਹ ਤਰੱਕੀ ਨਹੀਂ ਕਰ ਸਕਦੀ। ਇਸ ਕਰਕੇ ਕਾਨੂੰਨ ਦਾ ਰਾਜ ਸਥਾਪਿਤ ਕਰਨ ਦੇ ਲਈ ਮੈਨੂੰ ਲੱਗਦਾ ਹੈ ਕਿ ਇਹ ਜਿਹੜੇ ਵੀ ਕੋਈ ਵਿਜੀਲੈਂਸ ਜਾਂ ਹੋਰ ਏਜੰਸੀਆਂ ਜਿਹੜੀਆਂ ਨੇ ਉਹ ਤੁਹਾਡੇ ਤੋਂ ਜੋ ਪੁੱਛ ਪ੍ਰਤੀਤ ਕਰਦੀਆਂ ਨੇ ਤਾਂ ਉਹਨਾਂ ਨੂੰ ਇਮਾਨਦਾਰੀ ਦੇ ਨਾਲ ਅੱਗੇ ਆ ਕੇ ਜਿਹੜਾ ਹੈਗਾ ਉਹ ਉਹਨਾਂ ਦੇ ਜਵਾਬ ਜ਼ਰੂਰ ਦੇਣੇ ਚਾਹੀਦੇ ਨੇ। ਉਮੀਦ ਹੈ ਬਾਦਲ ਸਾਹਿਬ ਇਹ ਗੱਲ ਸਮਝਣਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਸੱਚ ਦਾ ਸਾਹਮਣਾ ਉਹ ਕਰਨਗੇ ਔਰ ਵਿਜੀਲੈਂਸ ਦੇ ਸਾਹਮਣੇ ਆ ਕੇ ਆਪਣਾ ਪੱਖ ਜ਼ਰੂਰ ਰੱਖਣ ਦੀ ਕੋਸ਼ਿਸ਼ ਕਰਨਗੇ ਆਉਣ ਵਾਲੇ ਸਮੇਂ ਦੇ ਵਿੱਚ। ਭੰਗੂ ਸਾਹਿਬ ਜੀ ਬਿਲਕੁਲ। ਡਾਕਟਰ ਸਾਹਿਬ, ਜਿਸ ਤਰੀਕੇ ਦੀ ਹੁਣ ਸਿਆਸਤ ਸੂਬੇ ਦੇ ਵਿੱਚ ਹੋ ਰਹੀ ਹੈ ਆਲ ਓਵਰ, ਜੇਕਰ ਆਪਾਂ ਦੇਖੀਏ ਸਾਰੀਆਂ ਹੀ ਪਾਰਟੀਆਂ ਦੀ, ਉਸ ਤਰੀਕੇ ਦੀ ਹੁਣ ਗੱਲ ਕੋਈ ਨਹੀਂ ਅੱਗੇ ਤੁਰ ਰਹੀ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਰੀਪ੍ਰਜੈਂਟ ਕਰਨਾ ਚਾਹੀਦਾ ਸੀ। ਭਾਵੇਂ ਕੋਈ ਰੂਲਿੰਗ ਧਿਰ ਹੈ, ਭਾਵੇਂ ਕੋਈ ਵਿਰੋਧੀ ਧਿਰ ਹੈ, ਕੋਈ ਵੀ ਹੈ, ਜਿਹੜਾ ਵੀ ਕੋਈ ਸਿਆਸੀ ਲੀਡਰ ਹੈਗਾ, ਕੀ ਪੰਜਾਬ ਦੇ ਵਿੱਚ ਦੀ ਸਿਆਸਤ ਹੋ ਪਾਊਗੀ ਜੇਕਰ ਆਪਾਂ ਆਲ ਓਵਰ ਪੂਰੇ ਇੱਕ ਪੋਲੀਟੀਕਲ ਵਰਤਾਰੇ ਦੇ ਵਿੱਚੋਂ ਦੇਖੀਏ? ਦੇਖੋ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪੰਜਾਬ ਦੇ ਲੈਵਲ ਦੀ ਪੋਲਿਟਿਕਸ ਤਾਂ ਹੋਣੀ ਹੀ ਚਾਹੀਦੀ ਹੈ ਔਰ ਉਹ ਤਾਂ ਹੋਏਗੀ ਜੇਕਰ ਇਮਾਨਦਾਰ ਲੀਡਰ ਜਿਹੜੇ ਨੇ ਉਹ ਅੱਗੇ ਆਉਣਗੇ ਔਰ ਜਿਹੜੇ ਭ੍ਰਿਸ਼ਟ ਲੀਡਰ ਨੇ ਉਹਨਾਂ ਨੂੰ ਪਿੱਛੇ ਜਾਣਾ ਚਾਹੀਦਾ ਹੈ। ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਹੁਣ ਛੱਡ ਦੇਣਾ ਚਾਹੀਦਾ। ਪਰ ਪੰਜਾਬ ਦੇ ਲੋਕ ਬਹੁਤ ਸਿਆਣੇ ਹੋ ਚੁੱਕੇ ਨੇ, ਖਾਸ ਤੌਰ ਤੇ ਕਿਸਾਨੀ ਅੰਦੋਲਨ ਤੋਂ ਬਾਅਦ ਜਿਹੜੀ ਸ਼ਿਫਟ ਤੁਸੀਂ ਦੇਖੋਗੇ ਪੰਜਾਬ ਦੀ ਸਿਆਸਤ ਦੇ ਵਿੱਚ, ਉਹ ਬਹੁਤ ਵੱਡੀ ਸ਼ਿਫਟ ਹੈ ਔਰ ਉਹਦੇ ਵਿੱਚ ਇੱਕ ਇਮਾਨਦਾਰੀ ਜਿਹੜੀ ਹੈਗੀ ਹੈ ਉਹ ਜ਼ਰੂਰ ਪੰਜਾਬ ਦੇ ਲੋਕ ਭਾਲ ਰਹੇ ਨੇ ਕਿ ਸਾਨੂੰ ਇਮਾਨਦਾਰ ਬੰਦੇ। ਔਰ ਮੈਨੂੰ ਇਹ ਲੱਗਦਾ ਹੈ ਕਿ ਭਗਵੰਤ ਮਾਨ ਹੋਰਾਂ ਦਾ ਜੇ ਆਪਾਂ ਪਿਛਲਾ 1.5 ਸਾਲ ਦਾ ਕਾਰਜਕਾਲ ਦੇਖਦੇ ਹਾਂ ਤਾਂ ਚਾਹੇ ਉਹ ਰੁਜ਼ਗਾਰ ਨੂੰ ਲੈ ਕੇ ਦੇਖ ਲਓ, ਚਾਹੇ ਉਹ ਬਿਜਲੀ ਦੀ ਮਾਫੀ ਨੂੰ ਲੈ ਕੇ ਦੇਖ ਲਓ, ਬਿੱਲਾਂ ਦੀ ਮਾਫੀ ਨੂੰ ਲੈ ਕੇ ਦੇਖ ਲਓ, ਜਾਂ ਜਿਹੜੇ ਹੋਰ ਸਕੂਲਾਂ ਨੂੰ ਲੈ ਕੇ ਦੇਖ ਲਓ, ਜਾਂ ਇੱਥੋਂ ਤੱਕ ਕਿ ਜਿਹੜੇ ਸਿਹਤ ਜਿਹੜੇ ਨੂੰ ਲੈ ਕੇ ਵੱਡੇ ਬਦਲਾਅ ਕੀਤੇ ਜਾ ਰਹੇ ਨੇ ਉਹਨੂੰ ਲੈ ਕੇ ਦੇਖ ਲਿਓ, ਤਾਂ ਕਾਫੀ ਆਪਾਂ ਕਹਿ ਸਕਦੇ ਹਾਂ ਜਦੋਂ ਅਸੀਂ ਪਿਛਲਾ ਦੌਰ ਦੇਖਦੇ ਹਾਂ ਵੱਖ-ਵੱਖ ਮੁੱਖ ਮੰਤਰੀ ਸਾਹਿਬਾਨ ਦਾ, ਜਾਂ ਜੇ ਆਪਾਂ ਗੱਲ ਕਰਾਂ ਮੈਂ ਪਿਛਲੀ ਵਾਰੀ ਜਦੋਂ ਕੈਪਟਨ ਸਾਹਿਬ ਸੀ ਉਹਨਾਂ ਦੇ 5 ਸਾਲ ਆਪਾਂ ਦੇਖਦੇ ਹਾਂ ਤਾਂ ਉਹਦੇ ਮੁਕਾਬਲੇ ਸਾਨੂੰ ਬਹੁਤ ਜ਼ਿਆਦਾ ਫਰਕ ਤਾਂ ਜ਼ਰੂਰ ਦਿਖਾਈ ਦੇ ਰਿਹਾ ਹੈ, ਐਸੀ ਗੱਲ ਨਹੀਂ ਹੈ। ਪਰ ਜੇ ਮੈਂ ਕਹਾਂ ਕਿ ਇੱਕਦਮ ਹੀ ਗੱਡੀ ਜਿਹੜੀ ਹੈਗੀ ਆ ਸਪੀਡ ਫੜ ਲੇਗੀ ਜਾਂ ਇੱਕਦਮ ਹੀ ਸਾਰੀਆਂ ਚੀਜ਼ਾਂ ਬਦਲ ਜਾਣਗੀਆਂ, ਇਹ ਕਦੇ ਵੀ ਨਹੀਂ ਹੁੰਦਾ ਭੰਗੂ ਸਾਹਿਬ। ਹਰ ਚੀਜ਼ ਨੂੰ ਜਦੋਂ ਇੰਨੇ 75 ਸਾਲਾਂ ਤੋਂ ਲਗਾਤਾਰ ਚੀਜ਼ ਖਰਾਬ ਹੋ ਰਹੀ ਹੈ ਤਾਂ ਉਹਨੂੰ ਠੀਕ ਕਰਨ ਲਈ ਜ਼ਰੂਰ ਸਮਾਂ ਚਾਹੀਦਾ ਹੈ, ਇਮਾਨਦਾਰੀ ਚਾਹੀਦੀ ਹੈ, ਨੀਤ ਔਰ ਨੀਤੀਆਂ ਸਾਫ਼ ਚਾਹੀਦੀਆਂ ਨੇ। ਸੋ ਉਮੀਦ ਹੈ ਸਾਨੂੰ ਜਿਹੜੇ ਹੈਗਾ ਮਾਨ ਸਾਹਿਬ ਤੋਂ ਉਮੀਦ ਕਰਨੀ ਚਾਹੀਦੀ ਹੈ। ਜਿਵੇਂ ਉਹ ਕਹਿੰਦੇ ਨੇ ਕਿ ਇੰਜਨ ਬਿਲਕੁਲ ਠੀਕ ਹੈ ਔਰ ਜੇਕਰ ਡੱਬਿਆਂ ਦੇ ਵਿੱਚ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਡੱਬੇ ਬਦਲੇ ਜਾ ਸਕਦੇ ਨੇ, ਐਸੀ ਗੱਲ ਨਹੀਂ ਹੈ। ਉਹਨਾਂ ਨੇ ਇਸ਼ਾਰਾ ਕਈ ਵਾਰ ਕੀਤਾ ਹੈ ਕਿ ਭਾਈ ਜੇਕਰ ਕੋਈ ਡੱਬੇ ਗੜਬੜ ਕਰਨਗੇ, ਡੱਬੇ ਨਾਲ ਨਹੀਂ ਚੱਲਣਗੇ, ਤਾਂ ਉਹ ਬਦਲ ਕੇ ਨਵੇਂ ਡੱਬੇ ਵੀ ਜਿਹੜੇ ਨੇ ਉਹ ਲਾਏ ਜਾ ਸਕਦੇ ਨੇ, ਤਾਂ ਕਿ ਜਿਹੜੀ ਪਟੜੀ ਹੈ, ਪਟੜੀ ਦੇ ਉੱਤੇ ਸਾਡੀ ਰੇਲ ਜਿਹੜੀ ਪੰਜਾਬ ਦੀ ਹੈ ਉਹ ਪਟੜੀ ਠੀਕ ਹੋਵੇ ਔਰ ਡੱਬੇ ਵੀ ਠੀਕ ਹੋਣ ਔਰ ਇੰਜਨ ਨੂੰ ਸਪੀਡ ਮਿਲ ਸਕੇ, ਪ੍ਰੋਪਰ ਸਪੀਡ ਜਿਹੜੀ ਹੈਗੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਉਮੀਦ ਹੈ ਕਿ ਉਹ ਸਪੀਡ ਸਾਨੂੰ ਦਿਖਾਈ ਦੇਵੇਗੀ। ਭੰਗੂ ਸਾਹਿਬ ਜੀ ਬਿਲਕੁਲ। ਸੋ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਧੰਨਵਾਦ ਤੁਹਾਡਾ ਵਿਚਾਰ ਰੱਖਣ ਦੇ ਲਈ। ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸ਼ੁਕਰੀਆ ਜੀ। ਦੋਸਤੋ, ਮੇਰੇ ਨਾਲ ਜੁੜੇ ਹੋਏ ਸੀ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ। ਤੁਸੀਂ ਆਪਣੀ ਫੀਡਬੈਕ ਸਾਨੂੰ ਕਮੈਂਟ ਬਾਕਸ ਦੇ ਵਿੱਚ ਰੱਖ ਸਕਦੇ ਹੋ। ਤੁਸੀਂ ਦੇਖਦੇ ਰਹੋ ਤੁਹਾਡਾ ਆਪਣਾ ਚੈਨਲ ਲੋਕ ਰਾਣਾ ਪੰਜਾਬੀ। ਥੈਂਕ ਯੂ।